भाई रतन सिंह जी भंगी जी आखते हैं कि गुरसिखो भाई तारू सिंह शहीद की ਜਿਹੜੀ ਸਾਖੀ ਹੈ ਉਹ ਮਨ ਚਿਤ ਲਾ ਕੇ ਆਪ ਜੀ ਸੁਨਣਾ ਕਰੋ ਜੋ ਕਾਨ ਬਹਾਦਰ ਲੈ ਕਰਿਓ ਉਪਰੀ ਸਿਰੋਂ ਉਤਾਰਾਏ। ਇਹ ਭਾਈ ਤਾਰੂ ਸਿੰਘ ਜੀ ਜਦੋਂ ਇਹਨਾਂ ਦਾ ਉੱਪਰ ਲੈ ਗਿਆ ਕਿ ਆਪਣੀ ਜੁੱਤੀ ਦੀ ਨੋਕ ਦੇ ਨਾਲ ਉਸ ਜ਼ਾਲਮ ਨੂੰ ਚੱਕਰੀ ਖਾਨ ਨੂੰ ਅੱਗੇ ਲੈ ਕੇ ਗਏ। ਨਰਕਾਂ ਦੇ ਵਿੱਚ ਉਸ ਬਾਪੀ ਨੂੰ ਸੱਜਿਆ ਕਿ ਉਹਨਾਂ ਦਾ ਇਤਿਹਾਸ ਹੈ ਜੋ ਮਾਝੀ ਮੈਂ ਬਸਤੇ। ਇਹ ਭਾਈ ਤਾਰੂ ਸਿੰਘ ਜੀ ਮਾਝੇ ਦੇ ਵਿੱਚ ਰਹਿਣ ਵਾਲੇ ਸਨ। ਦੁਆਬਾ ਮਾਲਵਾ ਮਾਝਾ ਤੇ ਮਾਝੇ ਦੇ ਵਿੱਚ ਰਹਿੰਦੇ ਸਨ ਭਾਈ ਤਾਰੂ ਸਿੰਘ ਜੀ। ਭਲੇ ਸੁਲੀ ਗ੍ਰਾਮ। ਇਹਨਾਂ ਦੇ ਪਿੰਡ ਦਾ ਨਾਮ ਸੀ ਪੂਲਾ। ਪੂਲਾ ਪਿੰਡ ਸੀ ਅੰਮ੍ਰਿਤਸਰ ਦੇ ਕੋਲ। ਅਠੀ ਤਪੀ ਸਾਚੋ ਸਤੀ। ਇਹ ਬੜੇ ਵੱਡੇ ਸਨ ਭਾਈ ਤਾਰੂ ਸਿੰਘ ਜੀ, ਜੋ ਕਿ ਬੜੇ ਹੱਥ ਦੇ ਨਾਲ ਇਹ ਸੇਵਾ ਕਰਦੇ ਸਨ। ਫਿਰ ਜਪੀ ਸਿਮਰਨ ਵੀ ਕਰਦੇ ਸਨ, ਸੱਚੇ ਸਨ। ਨਿਹੰਗ ਤਾਰੂ ਸਿੰਘ ਨਾਮ। ਅਤੇ ਇਹਨਾਂ ਦਾ ਨਾਮ ਸੀ ਤਾਰੂ ਸਿੰਘ ਨਿਹੰਗ। ਜਿਹੜੇ ਅੰਤਾਂ ਤੋਂ ਰਹਿਤ ਹੋਣਾ ਨਿਹੰਗ ਕਹਿੰਦੇ। ਉਹਨੇ ਅੰਤਾਂ ਤੋਂ ਰਹਿਤ ਹੋਣਾ ਇਹ ਨਿਹੰਗ ਦੇ ਅਰਥ ਤੇ ਭਾਈ ਤਾਰੂ ਸਿੰਘ ਨਿਹੰਗ ਸੀ। ਸਦਾ ਨਾਮ ਜੋ ਪਈ ਨਵਾਬ ਮੌਤ ਜਬ ਨੇੜੇ ਆਈ। ਜਦੋਂ ਉਸ ਖਾਨ ਬਹਾਦਰ ਦੀ ਚੱਕਰੀਏ ਖਾਨ ਦੀ ਮੌਤ ਨੇੜੇ ਆ ਗਈ। ਤਿਮ ਤਿਮ ਲਾਗੂ ਕਰਨ ਬੁਰਾਈ। ਤੇ ਫਿਰ ਜਦੋਂ ਕਿਸੇ ਦੀ ਮੌਤ ਸਮਾਂ ਨੇੜੇ ਆ ਜਾਵੇ ਫਿਰ ਪਾਪ ਕਰਮ ਵੱਧ ਕਰਦਾ ਹੈ ਬੰਦਾ। ਤੇ ਹੁਣ ਇਸ ਚੱਕਰੀਏ ਦੀ ਮੌਤ ਨੇੜੇ ਆ ਗਈ ਤੇ ਇਹ ਪਾਪ ਕਰਮ ਬਹੁਤੇ ਕਰਨ ਲੱਗ ਪਿਆ। ਬਹੁਤੇ ਸਿੰਘਾਂ ਨੂੰ ਮਾਰਨ ਲੱਗ ਪਿਆ। ਸਾਲ 18 ਸਈਏ ਦੋਏ। ਇਹ ਜਿਹੜਾ 1802 ਬਿਕਰਮੀ ਵਿੱਚ ਤਾਰੂ ਸਿੰਘ ਕੀਓ ਸਾਕੂ ਸੋਏ। ਇਹ ਭਾਈ ਤਾਰੂ ਸਿੰਘ ਜੀ ਨੇ ਇਹ ਜਿਹੜਾ ਸਾਕਾ ਕੀਤਾ 1802 ਬਿਕਰਮੀ ਨੂੰ। ਸੋਹਰਾ ਨਵਾਬ ਕਿਨ ਕੋ ਪੁੱਛਿਓ। ਇੱਕ ਦਿਨ ਜ਼ਕਰੀਆ ਖਾਨ ਆਪਣੀ ਸਭਾ ਦੇ ਵਿੱਚ ਬੈਠਾ ਸੀ। ਸਾਰੀ ਅਹਿਲਕਾਰ ਫੌਜ ਬੈਠੀ ਸੀ ਤੇ ਉਹਨਾਂ ਨੂੰ ਆਪਣੀ ਫੌਜ ਨੂੰ ਉਹ ਜਿਹੜੇ ਚੌਧਰੀ ਸੀ ਨਾਲ ਬੈਠੇ ਸਨ ਸਾਰੇ ਉਹਨਾਂ ਨੂੰ ਪੁੱਛਣ ਲੱਗਾ ਸਿੰਘ ਰਿਜਕ ਕਹਾਂ ਤੇ ਖਾਹੇ। ਕਹਿਣ ਲੱਗਾ ਕਿ ਇਹ ਜਿਹੜੇ ਸਿੰਘ ਨੇ ਇਹ ਰਿਜਕ ਇਹ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਕਿੱਥੋਂ ਖਾਂਦੇ ਹਨ। ਨਹਿ ਉਪਰਾਹੀ ਹੜਬਾਹੀ। ਜੋ ਕਿ ਇਸ ਪਾਪੀ ਨੇ ਉਗਰਾਹੀਆਂ ਜਿਹੜੇ ਉਹ ਵੀ ਬੰਦ ਕਰ ਦਿੱਤਾ ਸੀ। ਕਿਸੇ ਪਾਸੋਂ ਪੈਸਾ ਕਿਸੇ ਨੂੰ ਕਿਸੇ ਜ਼ਮੀਨ ਜਾਇਦਾਦ ਦਾ ਆਉਂਦਾ ਉਹ ਵੀ ਬੰਦ ਕਰ ਦਿੱਤਾ ਤੇ ਹਲਵਾਹੀ ਇਹ ਵੀ ਇਸ ਨਰੇਸ਼ ਨੇ ਬੰਦ ਕਰ ਦਿੱਤਾ ਸੀ। ਨਹਿ ਚਾਕਰੀ ਵਣਜਕ ਮਾਹੀ। ਨਾ ਹੀ ਕਿਸੇ ਨੂੰ ਕੋਈ ਨੌਕਰੀ ਕਰਨ ਦਿੰਦਾ ਸੀ ਤੇ ਨਾ ਹੀ ਕਿਸੇ ਨੂੰ ਕੋਈ ਵਣਜ ਵਪਾਰ ਵੀ। ਇਹਨੇ ਸਾਰਾ ਕੰਮ ਬੰਦ ਕਰ ਦਿੱਤਾ ਸੀ। ਜੋ ਕੋਈ ਗੁਰਦੁਆਰੇ ਜੂ ਚੜ੍ਹਤ ਚੜਾਵੇ। ਜਿਹੜਾ ਕੋਈ ਗੁਰਦੁਆਰਾ ਸਾਹਿਬ ਵਿੱਚ ਚੜਾਵਾ ਚੜ੍ਹਦਾ ਸੀ ਜਿਵੇਂ ਵੱਡੇ ਸਥਾਨਾਂ ਤੇ ਸੀ ਦਰਬਾਰ ਸਾਹਿਬ ਵਿਸ਼ਨੂੰ ਆਦਿਕ ਸਥਾਨਾਂ ਉਹ ਵੀ ਇਸ ਨਿਰਦੇਸ਼ ਇਸ ਪਾਪੀ ਨੇ ਕਿਉਂਕਿ ਬੰਦ ਕਰ ਦਿੱਤਾ ਸੀ ਕਿ ਕਿਸੇ ਨੇ ਵੀ ਗੁਰਦੁਆਰਾ ਸਾਹਿਬ ਵਿੱਚ ਟਿਕ ਕਿਰਿਆ ਵੀ ਪ੍ਰਥਾ ਨਹੀਂ ਟਿਕਣਾ। ਸੋ ਪੀ ਮੈਨੇ ਦਏ ਹਟਾਵੇ। ਜ਼ਕਰੀਆ ਖਾਨ ਕਹਿਣ ਲੱਗਾ ਮੈਂ ਉਹ ਵੀ ਹਟਾ ਦਿੱਤੇ ਨੇ ਉਗਰਾਹੀਆਂ ਹਟਾਤੀਆਂ ਨੇ
ਅਤੇ ਹਲ ਵਾਹੀਏ ਸਭ ਕੁਝ ਰੋਕਦਾ ਹੈ। ਨੌਕਰੀ ਚਾਕਰੀ ਸਭ ਸਿੱਖਾਂ ਦੀ ਬੰਦ ਕਰਦੀ ਹੈ। ਗੁਰਦੁਆਰੇ ਦੇ ਚੜਾਵੇ ਬੰਦ ਕਰ ਦਿੱਤੇ ਨੇ। ਇਹ ਸਾਰਾ ਕੁਝ ਮੈਂ ਹਟਾ ਦਿੱਤਾ ਹੈ। ਹੁਣ ਤੇ ਕੋਈ ਵੀ ਸਿੰਘ ਗੁਰੂਆਂ ਦੇ ਨਿਮਿਤ ਵੀ ਕੋਈ ਨਿਆਜ ਭਾਗ ਭੇਟਾ ਨਹੀਂ ਕਰਦਾ। ਕੋਈ ਸਿੰਘ ਵੀ ਮੈਂ ਜੇ ਸਾਰੀ ਹਟਾ ਦਿੱਤੀ ਹੈ। ਫਿਰ ਵੀ ਦੇਖੋ ਕਿ ਇਹ ਜਿਹੜੇ ਸਿੰਘ ਨੇ ਇਹ ਭੁੱਖੇ ਕਿਉਂ ਨਹੀਂ ਮਰਦੇ, ਕਿਉਂ ਨਹੀਂ ਅਜੇ ਤੱਕ ਖਤਮ ਹੋਏ। ਲੋਕੀ ਜੈਸੇ ਵੀ ਬੰਦੇ ਨੂੰ ਕੋਈ ਅਨਾਜ ਕੋਈ ਪ੍ਰਸ਼ਾਦਾ ਪਾਣੀ ਨਾ ਲੱਗੇ ਉਹ ਕਿੰਨੇ ਕੁ ਦਿਨ ਕੱਟੇਗਾ। ਮਹੀਨਾ 10 ਦਿਨ 20 ਦਿਨ ਅਖੀਰ ਤੇ ਮੌਰਾ ਦੇ ਇਹ ਕਹਿਣ ਲੱਗਾ ਇਹ ਕਿਉਂ ਨਹੀਂ ਅਜੇ ਤੱਕ ਖਤਮ ਹੋਏ। ਜ਼ਕਰੀਆ ਕਹਿਣ ਲੱਗਾ ਕਿ ਮੇਰੀ ਜਿਹੜੀ ਫੌਜ ਹੈ ਉਹ ਵੀ ਇਹਨਾਂ ਨੂੰ ਲੱਭ ਲੱਭ ਕੇ ਟੋਲ ਟੋਲ ਕੇ ਮਾਰਦੀ ਹੈ। ਅਤੇ ਜਿੱਥੇ ਵੀ ਸਿੰਘ ਲੱਭਦੇ ਨੇ ਉਹਨਾਂ ਨੂੰ ਖੋਜ ਕੇ ਉਹਨਾਂ ਨੂੰ ਲੱਭ ਕੇ ਮਾਰ ਦਿੰਦੀ ਹੈ। ਜਿਹੜੇ ਕੋਈ ਪਿੰਡਾਂ ਦੇ ਵਿੱਚ ਕੋਈ ਸਿੰਘ ਵੀ ਹੋਏ ਜ਼ਕਰੀਆ ਕਹਿਣ ਲੱਗਾ ਮੈਂ ਉਹ ਪਿੰਡ ਵੀ ਉਜਾੜ ਦਿੱਤੇ। ਕਿਉਂਕਿ ਜਿਸ ਪਿੰਡ ਦੇ ਵਿੱਚ ਵੀ ਸਿੰਘ ਹੁੰਦੇ ਇਹ ਜਿਹੜਾ ਦੁਸ਼ਟ ਪਾਪੀ ਸੀ ਉਸ ਪਿੰਡ ਨੂੰ ਉਜਾੜ ਦਿੱਤਾ ਸੀ। ਕਿ ਆਪੇ ਹੀ ਉਹਦੇ ਤੇ ਜਿਹੜੇ ਲੋਕ ਨੇ ਉਹ ਸਿੰਘਾਂ ਨੂੰ ਰਹਿਣ ਨਹੀਂ ਦੇਣਗੇ। ਸਿੰਘਾਂ ਨੂੰ ਕਹਿੰਦੇ ਕਿ ਭਾਈ ਤੁਸੀਂ ਚਲੇ ਜਾਓ, ਤੁਹਾਡੇ ਪਿੱਛੇ ਤੇ ਸਾਰਾ ਪਿੰਡ ਹੀ ਨਾਸ਼ ਹੋ ਜਾਣਾ ਹੈ, ਉੱਜੜ ਜਾਣਾ। ਇਸ ਕਰਕੇ ਜਿੱਥੇ ਵੀ ਇਹ ਨਰੇਸ਼ ਦੁਸ਼ਟ ਜ਼ਕਰੀਆ ਸਿੰਘਾਂ ਨੂੰ ਦੇਖਦਾ ਉਹਨਾਂ ਪਿੰਡਾਂ ਨੂੰ ਉਜਾੜ ਦਿੰਦਾ, ਨਾਸ਼ ਕਰ ਦਿੰਦਾ। ਜ਼ਕਰੀਆ ਕਹਿਣ ਲੱਗਾ ਮੈਂ ਤੇ ਸਾਰੇ ਪਿੰਡ ਵੀ ਉਜਾੜ ਦਿੱਤੇ। ਬਹੁਤ ਜਿਹੜੇ ਸਿੰਘ ਆਪਣਾ ਦੇਸ਼ ਮਾਝਾ ਇਲਾਕਾ ਛੱਡ ਕੇ ਗਏ ਚੱਲੇ ਹਨ। ਅਤੇ ਭੁੱਖੇ ਭੇਸ ਮਿਟਾ ਕੇ ਹੋਰ ਥਾਵਾਂ ਤੇ ਗਏ ਚੱਲੇ ਹਨ। ਜ਼ਕਰੀਆ ਕਹਿਣ ਲੱਗਾ ਮੈਂ ਤੇ ਸਿੰਘਾਂ ਦੇ ਜਿਹੜੇ ਸਾਥ ਸੀ ਕੋਈ ਰਿਸ਼ਤੇਦਾਰ ਸੀ ਉਹ ਵੀ ਗਾਲ ਦਿੱਤੇ, ਭਾਵ ਨਾਸ ਕਰ ਦਿੱਤੇ, ਮਾਰ। ਜਿਸ ਪਾਪੀ ਨੂੰ ਪਤਾ ਲੱਗਦਾ ਕਿ ਫਲਾਣੀ ਥਾਂ ਦੇ ਸਿੰਘਾਂ ਦੇ ਰਿਸ਼ਤੇਦਾਰ ਰਹਿੰਦੇ ਹਨ, ਕੋਈ ਸਾਗ ਸੰਬੰਧੀ ਰਹਿੰਦੇ, ਇਹ ਦੁਸ਼ਟ ਪਾਪੀ ਉੱਥੇ ਵੀ ਸਿੰਘਾਂ ਨੂੰ ਮਾਰ ਦਿੰਦਾ। ਉਹਨਾਂ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਮਾਰ ਦਿੰਦਾ। ਕਹਿਣ ਲੱਗਾ ਮੈਂ ਤੇ ਖੱਡਾਂ ਦੇ ਵਿੱਚੋਂ ਖਾਤਿਆਂ ਦੇ ਵਿੱਚੋਂ ਟੋਲ ਟੋਲ ਕੇ ਲੱਭ ਕੇ ਸਿੰਘਾਂ ਨੂੰ ਮਾਰ ਦਿੱਤਾ ਹੈ। ਇਹ ਦੁਸ਼ਟ ਜ਼ਕਰੀਆ ਖਾਨ ਆਪਣੇ ਆਪ ਨੂੰ ਕਹਿਣ ਲੱਗਾ ਅਸੀਂ ਮੁਗਲ, ਅਸੀਂ ਬਾਜਾਂ ਨਹੀਂ ਲਿਆਈ, ਅਸੀਂ ਬਾਜ ਤੇ ਜਿਹੜੇ ਸਿੰਘ ਨੇ ਇਹਦੇ ਕਟੇਰਿਆਂ ਵਰਗੇ ਹਨ। ਅਸੀਂ ਬਾਜਾ ਵਾਂਗੂ ਇਹਨਾਂ ਸਿੰਘਾਂ ਨੂੰ ਕਟੇਰਿਆਂ ਵਾਂਗੂ ਘੇਰ ਘੇਰ ਕੇ ਮਾਰਿਆ ਹੈ। ਆਪਣੀ ਸਭਾ ਦੇ ਵਿੱਚ ਹੀ ਗੱਲ ਕਰ ਰਿਹਾ ਹੈ। ਕਹਿਣ ਲੱਗਾ ਰਿਜ਼ਕ ਤੋਂ ਬਿਨਾਂ, ਪ੍ਰਸ਼ਾਦੇ ਤੋਂ ਬਿਨਾਂ ਕੋਈ ਵੀ ਜੀਵ ਜੀ ਨਹੀਂ ਸਕਦਾ। ਦੱਸੋ ਕਿ ਸਿੰਘ ਹਜੇ ਤੱਕ ਖਤਮ ਨਹੀਂ ਹੋਏ, ਇਹ ਕਿਵੇਂ ਜੀ ਰਹੇ ਹਨ, ਕਿਵੇਂ ਰਹਿ ਰਹੇ ਹਨ। ਪੱਤੇ ਖਾ ਕੇ, ਸਾਗ ਖਾ ਕੇ ਕਿੰਨੇ ਕੁ ਚਿਰ ਮਨੁੱਖ ਜਿਉਂਦਾ ਰਹਿ ਸਕਦਾ ਹੈ। ਜੇ ਮਰ ਵੀ ਲਵੋਗੇ ਕੋਈ ਜੀ ਵੀ ਲੱਗੇਗਾ।
ਤੇ ਫਿਰ ਉਹ ਤੁਰਨ ਜੋਗਾ ਨਹੀਂ ਰਹਿ ਸਕਦਾ, ਕਿਉਂਕਿ ਸਰੀਰ ਦੇ ਵਿੱਚ ਕਮਜ਼ੋਰੀ ਆ ਜਾਵੇ, ਫਿਰ ਉਹ ਤੁਰਨ ਜੋਗਾ ਵੀ ਨਹੀਂ ਹੋ ਸਕਦਾ। ਦੋਹਰਾ ਇੱਕ ਦੁਸਤ ਤਬ ਬੋਲਿਓ। ਇਸ ਸਭਾ ਦੇ ਵਿੱਚ ਇੱਕ ਦੁਸ਼ਟ ਇੱਕ ਪਾਪੀ ਬੈਠਾ ਸੀ। ਉਹ ਬੋਲਿਆ, ਕਹਿਣ ਲੱਗਾ, ਮੈਂ ਭੁੱਖੈ ਸਿੰਘ ਮਰਾਹੇ। ਕਹਿਣ ਲੱਗਾ, ਖਾਨ ਬਹਾਦਰ ਜੀ, ਇਹ ਜਿਹੜੇ ਸਿੰਘ ਨੇ ਭੁੱਖੇ ਨਹੀਂ ਮਰਦੇ। ਇਸੀ ਦੇਸ ਮੈਂ ਸਿੱਖ ਰਹਿ। ਕਿਉਂਕਿ ਇਸੇ ਹੀ ਦੇਸ਼ ਦੇ ਵਿੱਚ ਜਿਹੜੇ ਕੋਈ ਸਿੰਘਾਂ ਦੇ ਕਾਰਨ ਸਿੱਖ ਰਹਿ ਰਹੇ ਹਨ, ਹੁਣ ਦੇ ਕੇ ਪਿਛੈ ਖਾਹੇ। ਉਹ ਸਿੰਘ ਪਹਿਲਾਂ ਜਿਹੜੇ ਜੰਗਲ ਦੇ ਵਿੱਚ ਬੈਠੇ ਨੇ, ਯੋਧੇ ਸਿੰਘ, ਲੜਾਕੂ ਸਿੰਘ, ਉਹ ਪਹਿਲਾਂ ਉਹਨਾਂ ਨੂੰ ਦੇ ਕੇ ਆਉਂਦੇ ਨੇ ਪ੍ਰਸ਼ਾਦਾ ਪਾਣੀ, ਤੇ ਫਿਰ ਆਪ ਛਕਦੇ ਹਨ। ਚੌਪਈ ਹਰ ਭਗਤ ਨਰੰਜਨੀਏ ਜੋ ਭਾਖੀ। ਇਹਦੇ ਸਭਾ ਦੇ ਵਿੱਚ ਇੱਕ ਹਰ ਭਗਤ ਨਰੰਜਨੀਆ ਬੈਠਾ ਸੀ। ਭਗਤ ਨਰੰਜਨੀਆ ਜਗਾਲੇ ਵਾਲਾ ਬਹੁਤ ਸੰਗਤ ਜੀ ਪਾਪੀ ਹੋਇਆ। ਇਹਨੇ ਬੜੇ ਸਿੰਘਾਂ ਨੂੰ ਸ਼ਹੀਦ ਕਰਾਇਆ ਇਸ ਪਾਪੀ ਹਰ ਭਗਤ ਨਰੰਜਨੀਆ। ਇਹ ਜਿਹੜਾ ਪਾਪੀ ਸੀ ਉਸ ਸਭਾ ਦੇ ਵਿੱਚ ਬੈਠਾ ਸੀ। ਸੱਚ ਬਾਤ ਤਿਨ ਭਾਈ ਆਖੀ। ਉਹ ਹਰ ਭਗਤ ਨਰੰਜਨੀਆ ਵੀ ਬੋਲ ਗਿਆ, ਕਹਿਣ ਲੱਗਾ ਵੀ ਇਹ ਜਿਹੜਾ ਇਹਨੇ ਮੇਰੇ ਤੋਂ ਪਹਿਲਾਂ ਗੱਲ ਆਖੀ ਇਹਨੇ ਸੱਚ ਆਖੀ ਹੈ, ਠੀਕ ਆਖਿਆ ਇਹਨੇ। ਐਸੇ ਐਸੇ ਸਿੰਘ ਜਗ ਮਾਹੀ। ਕਿਉਂਕਿ ਐਸੇ ਐਸੇ ਸਿੰਘ ਹਨ ਇਸ ਜਗ ਦੇ ਵਿੱਚ, ਸੰਸਾਰ ਵਿੱਚ। ਸਿੰਘ ਸਕਾਈ ਪੀਐ ਨਿਜ ਖਾਹੀ। ਅਤੇ ਐਸੇ ਸਿੰਘ ਨੇ ਕਿ ਪਹਿਲਾਂ ਜਿਹੜੇ ਲੜਾਕੂ ਸਿੰਘ ਨੇ, ਜੁਝਾਰੂ ਸਿੰਘ ਨੇ, ਪਹਿਲੋਂ ਪ੍ਰਸ਼ਾਦਾ ਪਾਣੀ ਉਹਨਾਂ ਨੂੰ ਛਕਾ ਕੇ ਆਉਂਦੇ ਨੇ, ਉਸ ਤੋਂ ਬਾਅਦ ਜਿਹੜਾ ਕੋਈ ਬਚ ਜਾਵੇ ਫਿਰ ਆਪ ਛਕਦੇ ਹਨ। ਆਪ ਸਹਿ ਬੈ ਨਕ ਅਰ ਭੁਖੋ। ਅਤੇ ਆਪ ਦੇ ਇਹ ਜਿਹੜੇ ਰਿਸ਼ਤੇ ਨੇ ਜਾਂ ਨੱਕ ਭੁੱਖ ਵੀ ਸਹਾਰ ਲੈਂਦੇ ਨੇ, ਪ੍ਰਸ਼ਾਦਾ ਨਹੀਂ ਮਿਲਿਆ ਤੇ ਤਾਂ ਵੀ ਦਿਨ ਕੱਢ ਲੈਂਦੇ ਹਨ। ਦੇਖ ਸਕੈ ਨਹਿ ਸਿੰਘਨ ਦੁਖ। ਪਰ ਸਿੰਘਾਂ ਦਾ ਦੁੱਖ ਨਹੀਂ ਦੇਖ ਸਕਦੇ। ਜਿਹੜੇ ਜੁਝਾਰੂ ਸਿੰਘ ਨੇ, ਜੰਗਲਾਂ ਵਿੱਚ ਰਹਿ ਰਹੇ ਨੇ, ਉਹਨਾਂ ਦਾ ਇਹ ਜਿਹੜੇ ਸਿੰਘ ਨੇ ਦੁੱਖ ਨਹੀਂ ਸਹਾਰ ਸਕਦੇ। ਆਪ ਪ੍ਰਸ਼ਾਦਾ ਪਾਣੀ ਨਾ ਮਿਲੇ ਸਮਾਂ ਕੱਢ ਲੈਂਦੇ ਨੇ, ਪਰ ਉਹਨਾਂ ਸਿੰਘਾਂ ਤਾਈਂ ਜ਼ਰੂਰ ਪ੍ਰਸ਼ਾਦਾ ਪਾਣੀ ਪਹੁੰਚਾਉਂਦੇ ਹਨ। ਆਪ ਗੁਜ਼ਾਰੈ ਅਗਨੀ ਨਾਲ। ਇਹ ਸਿਆਲ ਦੇ ਸਮੇਂ ਆਪ ਤੇ ਅੱਗ ਬਾਲ ਕੇ ਸਾਰ ਲੈਂਦੇ ਨੇ। ਅੱਗ ਬਾਲ ਕੇ ਆਪਣੀ ਠੰਡ ਉਤਾਰ ਲੈਂਦੇ ਹਨ। ਸਿੰਘ ਨੂੰ ਕੱਲੈ ਪੁਸਾਕ ਸਿਵਾਰ। ਪਰ ਜਿਹੜੇ ਜੰਗਲਾਂ ਦੇ ਵਿੱਚ ਸਿੰਘ ਰਹਿੰਦੇ ਨੇ ਉਹਨਾਂ ਵਾਸਤੇ ਮੋਟੇ ਕੱਪੜੇ ਸਵਾ ਕੇ ਭੇਜਦੇ ਹਨ। ਕਈ ਪੀਸ ਨਾ ਪੀਸ ਕਮਾਵੈ। ਅਤੇ ਕਈ ਐਸੇ ਵੀ ਸਿੰਘ ਨੇ ਜਿਹੜਾ ਆਟਾ ਪੀਸ ਕੇ ਵੈ ਪੀ ਸਿੰਘਨ ਪਾਸ ਪਹੁੰਚਾਵੈ। ਉਹ ਫਿਰ ਜੰਗਲਾਂ ਦੇ ਵਿੱਚ ਸਿੰਘਾਂ ਦੇ ਪਾਸ ਆਟਾ ਪੀਸ ਕੇ ਭੇਜਦੇ ਹਨ। ਬਾਣ ਵੱਟ ਕਈ ਕਰੈ ਮਜੂਰੀ। ਹਰ ਭਗਤ ਨਰੰਜਨੀਆ ਕਹਿਣ ਲੱਗਾ ਕਿ ਐਸੇ ਐਸੇ ਵੀ ਸਿੰਘ ਹਨ ਜਿਹੜੇ ਆਪ ਦੇ ਮਾਨ ਵੱਟ ਕੇ ਮਜ਼ਦੂਰੀ ਕਰਕੇ ਭੇਜੈ ਸਿੰਘਨ ਪਾਸ ਜ਼ਰੂਰੀ। ਉਹ ਜਿਹੜੇ ਮਜ਼ਦੂਰੀ ਕੋਈ ਪੈਸੇ ਮਿਲਦੇ ਨੇ ਉਹ ਜੰਗਲ ਦੇ ਵਿੱਚ ਸਿੰਘਾਂ ਦੇ ਕੋਲ ਭੇਜ ਦਿੰਦੇ ਹਨ। ਦੂਰ ਜਾਏ ਜੋ ਚਾਕਰੀ ਕਰਹੀ। ਅਤੇ ਕਈ ਜਿਹੜੇ ਦੂਰ ਦਰੇਡੇ ਜਾ ਕੇ ਨੌਕਰੀ ਪੇਸ਼ਾ ਮਾੜੀ ਮੋਟੀ ਚਾਕਰੀ ਕਰਦੇ ਹਨ। ਆਏ ਸਿੰਘਨ ਕੇ ਆਗੇ ਧਰਹੀ। ਉਹ ਵੀ ਜਿਹੜੇ ਥੋੜੀ ਬਹੁਤੀ ਮਾਇਆ ਕਮਾ ਕੇ ਪੈਸੇ ਕਮਾ ਕੇ ਲਿਆਉਂਦੇ ਨੇ ਉਹ ਵੀ ਜੰਗਲ ਦੇ ਵਿੱਚ ਸਿੰਘਾਂ ਨੂੰ ਭੇਜ ਦਿੰਦੇ ਹਨ। ਸਿੰਘ ਜੋ ਪਰਦੇਸ ਸਿਧਾਰੇ। ਜਿਹੜੇ ਪ੍ਰਦੇਸਾਂ ਦੇ ਵਿੱਚ ਸਿੰਘ ਗਏ ਹਨ। ਭੇਜੈ ਸਿੰਘਨ ਕੋਈ ਗੁਰੂ ਪਿਆਰੇ। ਉਹ ਵੀ ਸਿੰਘ ਗੁਰੂ ਦੇ ਪਿਆਰਿਆਂ ਵਾਸਤੇ ਜੁਝਾਰੂ
ਗੱਲ ਨਵਾਬ ਜ਼ਕਰੀਆ ਨੇ ਸੁਣੀ ਤੇ ਉਹਨੇ ਆਪਣਾ ਸਿਰ ਫੇਰ ਦਿੱਤਾ। ਕਾਠਨ ਪੰਥ ਭਇਓ ਜਾਹੀ। ਕਹਿਣ ਲੱਗਾ ਕਿ ਇਹ ਤਾਂ ਜਿਹੜਾ ਪੰਥ ਹੈ ਬਹੁਤ ਕਠਿਨ ਹੈ, ਬੜਾ ਕਠਿਨ ਪੰਥ ਹੈ ਜਿਹੜਾ ਇਹ ਹੈ। ਹਮ ਤੇ ਮਾਰੇ ਮਰਦ ਕਾਬੂ। ਕਹਿਣ ਲੱਗਾ ਉਹ ਸਾਡੇ ਮਾਰਿਆਂ ਤੇ ਇਸ ਪੰਥ ਨੇ ਖਤਮ ਨਹੀਂ ਹੋਣਾ, ਕਿਉਂਕਿ ਬੜਾ ਯਤਨ ਕੀਤਾ ਗਿਆ ਇਸ ਪੰਥ ਨੂੰ ਖਤਮ ਕੀਤਾ ਜਾਵੇ, ਸਿੰਘਾਂ ਨੂੰ ਮਾਰਿਆ ਜਾਵੇ। ਪਰ ਸਿੰਘ ਕਹਿਣ ਲੱਗਾ ਖਤਮ ਨਹੀਂ ਹੋ ਰਹੀ। ਇਹ ਸਿੰਘ ਖਤਮ ਵੀ ਕਿਸ ਤਰ੍ਹਾਂ ਹੋ ਸਕਦਾ, ਕਿਉਂਕਿ ਇਹ ਖਾਲਸਾ ਅਕਾਲ ਪੁਰਖ ਦੀ ਬੋਲ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ। ਇਹ ਪਰਮਾਤਮਾ ਦੀ ਮੌਜ ਦੇ ਨਾਲ ਇਹ ਜਿਹੜਾ ਖਾਲਸਾ ਪੰਥ ਪ੍ਰਗਟ ਹੋਇਆ, ਇਹ ਕਿਸੇ ਆਪ ਨੂੰ ਕਿਵੇਂ ਮਰ ਸਕਦਾ, ਕਿਸੇ ਤੋਂ ਕਿਵੇਂ ਇਹ ਨਾਸ਼ ਹੋ ਸਕਦਾ। ਇਹ ਕਹਿਣ ਲੱਗਾ ਜ਼ਕਰੀਆ ਕਿ ਇਹ ਜਿਹੜਾ ਪੰਥ ਹੈ ਇਹ ਤਾਂ ਸਾਡੇ ਤੋਂ ਖਤਮ ਨਹੀਂ ਹੁੰਦਾ, ਇਹ ਤੇ ਰੱਬ ਹੀ ਇਹਨਾਂ ਨੂੰ ਸਿੰਘਾਂ ਨੂੰ ਮਾਰ ਸਕਦਾ ਹੈ, ਉਹੀ ਖਤਮ ਕਰ ਸਕਦਾ ਹੈ। ਰੱਬ ਕਿਵੇਂ ਖਤਮ ਕਰੇ, ਕਿਉਂਕਿ ਪਰਮਾਤਮਾ ਦੀ ਮੌਜ ਦੇ ਨਾਲ ਹੀ ਖਾਲਸਾ ਪ੍ਰਗਟ ਹੋਇਆ ਹੈ, ਪੈਦਾ ਹੋਇਆ ਹੈ। ਮਾਰੈ ਇਨੈ ਖੁਦਾਈ। ਕਹਿਣ ਲੱਗਾ ਇਹਨਾਂ ਨੂੰ ਖੁਦਾ ਮਾਰ ਸਕਦਾ ਹੈ, ਮੇਰੇ ਤੇ ਇਹ ਜਿਹੜੇ ਸਿੰਘ ਨੇ ਨਹੀਂ ਖਤਮ ਹੁੰਦੇ। ਅਬ ਨਵਾਬ ਸੋ ਕਹਿਓ। ਫਿਰ ਨਵਾਬ ਨੇ ਜ਼ਕਰੀਆ ਨੇ ਫਿਰ ਹਰ ਭਗਤ ਨਿਰੰਜਨੀ ਨੂੰ ਆਖਿਆ। ਸੋ ਹਮ ਦੇਵੋ ਦਿਖਾਏ। ਕਹਿਣ ਲੱਗਾ ਕਿ ਹਰ ਭਗਤ ਨਿਰੰਜਨੀ ਨੇ ਸਾਨੂੰ ਉਹ ਸਿੰਘ ਫੜਾਓ, ਉਹ ਸਿੰਘ ਸਾਡੇ ਕੋਲ ਫੜ ਕੇ ਲਿਆਓ ਜਿਹੜੇ ਅੱਗੇ ਜੰਗਲਾਂ ਦੇ ਵਿੱਚ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਦਿੰਦੇ ਨੇ, ਛਕਾਉਂਦੇ ਨੇ, ਭੇਜਦੇ ਨੇ, ਉਹਨਾਂ ਨੂੰ ਫੜ ਕੇ ਲਿਆਓ। ਜੋ ਸਿੰਘਨ ਕੋ ਭੇਜਤੇ। ਜਿਹੜੇ ਸਿੰਘਾਂ ਦੇ ਵਾਸਤੇ ਲੰਗਰ ਪਾਣੀ ਭੇਜਦੇ ਹਨ, ਹੁਣ ਹਮ ਤੇ ਖਪਾਏ। ਹੁਣ ਅਸੀਂ ਉਹਨਾਂ ਸਿੰਘਾਂ ਨੂੰ ਪਾ ਦੇਵਾਂਗੇ, ਉਹਨਾਂ ਨੂੰ ਮਾਰ ਦੇਵਾਂਗੇ ਜਿਹੜੇ ਜੰਗਲਾਂ ਦੇ ਵਿੱਚ ਪ੍ਰਸ਼ਾਦਾ ਪਾਣੀ ਭੇਜਦੇ ਨੇ। ਅਸੀਂ ਹੁਣ ਉਹਨਾਂ ਨੂੰ ਖਤਮ ਕਰਾਂਗੇ। ਜੋ ਪਈ ਹਰ ਭਗਤ ਨਿਰੰਜਨੀਏ ਜੋ ਫਿਰ ਕਹੀ। ਫਿਰ ਉਹ ਹਰ ਭਗਤ ਨਿਰੰਜਨੀਆਂ ਦੁਸ਼ਟ ਪਾਪੀ ਉਹ ਜਿਹੜਾ ਬੈਠਾ ਸੀ ਉਹ ਕਹਿਣ ਲੱਗਾ ਤੂੰ ਪਿੰਡ ਇੱਕ ਮਾਝੇ ਆਹੀ। ਕਹਿਣ ਲੱਗਾ ਜੀ ਇੱਕ ਖੁੱਲਾ ਪਿੰਡ ਹੈ ਮਾਝੇ ਦੇ ਵਿੱਚ, ਕਾਰੂ ਸਿੰਘ ਤੇ ਖੇਤੀ ਕਰੈ। ਉਹਦੇ ਇੱਕ ਭਾਈ ਕਾਲੂ ਸਿੰਘ ਹੈ ਜੋ ਖੇਤੀ ਕਰਦਾ ਹੈ, ਥੋੜੀ ਜਿਹੀ ਜ਼ਮੀਨ ਹੈ ਆਪਣੇ ਵੱਢ ਪਿਆਰਿਆਂ ਦੀ। ਉਹ ਭਾਈ ਕਾਲੂ ਸਿੰਘ ਖੇਤੀ ਕਰਦਾ ਹੈ। ਸਾਥ ਪਿੰਡ ਵੈ ਹਾਲਾ ਭਰੈ। ਇਹ ਗੱਲ ਤੇ ਹੈ ਕਿ ਭਾਈ ਕਾਲੂ ਸਿੰਘ ਜਿਹੜਾ ਸਾਡਾ ਸਰਕਾਰ ਦਾ ਟੈਕਸ ਬਣਦਾ ਹੈ, ਮਾਮਲਾ ਬਣਦਾ ਹੈ, ਉਹਦੇ ਸਾਰ ਭਰਦਾ ਹੈ। ਇਹ ਹਾਕਮ ਕਛ ਥੋੜਾ ਖਾਵੈ। ਅਤੇ ਉਹ ਟੈਕਸ ਭਰ ਕੇ ਜਿਹੜਾ ਕੋਈ ਬਚ ਜਾਂਦਾ ਹੈ ਥੋੜਾ ਬਹੁਤਾ ਉਹ ਆਪ ਛੱਡਦਾ ਹੈ। ਬਚੈ ਸਿੰਘਨ ਕੀ ਪਾਸ ਪਹੁੰਚਾਵੈ। ਤਾਂ ਕਿ ਉਹ ਜਿਤਨੀ ਵੀ ਮਾਇਆ ਹੋਣੀ ਹੈ ਜਾਂ ਕੋਈ ਅੰਨ ਅਨਾਜ ਹੁੰਦਾ ਹੈ ਉਹ ਸਿੰਘਾਂ ਦੇ ਪਾਸ, ਸਿੰਘਾਂ ਦੇ ਕੋਲ ਭੇਜ ਦਿੰਦਾ ਹੈ। ਹੈ ਉਸ ਕੀ ਇੱਕ ਭੈਣ ਅਰਮਾਈ। ਇਹ ਬਲੇਸ਼ ਬਾਕੀ ਹਰ ਭਗਤ ਨਿਰੰਜਨੀਆਂ ਕਹਿਣ ਲੱਗਾ ਕਿ ਇੱਕ ਤੇ ਭਾਈ ਤਾਰੂ ਸਿੰਘ ਦੀ ਭੈਣ ਹੈ ਜਿਸਦਾ ਨਾਮ ਤਾਰੂ ਹੈ, ਇੱਕ ਉਸ ਦੀ ਮਾਤਾ ਹੈ। ਈਸ ਟੂਟ ਵੈ ਕਰੈ ਕਮਾਈ। ਇਹ ਆਟਾ ਪੀ ਕੇ ਤੇ ਇਸ ਤਰ੍ਹਾਂ ਫਿਰ ਪ੍ਰਸ਼ਾਦਾ ਬਣਾ ਕੇ ਸਿੰਘਾਂ ਵਾਸਤੇ ਭੇਜਦੇ ਹਨ। ਆਪ ਖਾਈ ਪੈ ਕੀ ਮਿਸੀ। ਆਪ ਤੇ ਭਾਈ ਤਾਰੂ ਸਿੰਘ ਕੋਈ ਲੁਕਾ ਪ੍ਰਸ਼ਾਦਾ ਲੁਕਾ ਮਿੱਸਾ ਹੀ ਛਕ ਲੈਂਦਾ ਹੈ। ਤਾ ਪਹਿਨ ਆਪ ਰਹਿ ਲਿਸੀ। ਆਪ ਤੇ ਕੋਈ
ਮੋਟੇ ਪੁਰਾਣੇ ਕੱਪੜੇ ਪਹਿਨ ਲੈਂਦਾ ਹੈ, ਪਰ ਸਿੰਘਾਂ ਦੇ ਵਾਸਤੇ ਮੋਟੇ ਕੱਪੜੇ ਕੱਢ ਤੇ ਕੱਪੜੇ ਉਹ ਭੇਜਦਾ ਹੈ। ਜੋ ਬਚੈ ਸੋ ਸਿੰਘਨ ਦੇਵੈ ਜੋ ਵੀ ਇਸ ਦੇ ਕੋਲ ਬਚਦਾ ਹੈ ਭਾਈ ਤਾਰੂ ਸਿੰਘ ਦੇ ਕੋਲ, ਉਹ ਸਾਰਾ ਸਿੰਘਾਂ ਨੂੰ ਭੇਜ ਦਿੰਦਾ ਹੈ। ਹੋਏ ਬਿਨ ਸਿੰਘਨ ਔਰ ਨ ਸੇਵੈ ਉਹ ਸਿੰਘਾਂ ਤੋਂ ਬਿਨਾਂ ਹੋਰ ਕਿਸੇ ਦੀ ਸੇਵਾ ਨਹੀਂ ਕਰਦਾ। ਅਜੇ ਵੀ ਭਾਈ ਤਾਰੂ ਸਿੰਘ ਘਰ ਦੇ ਵਿੱਚ ਲੰਗਰ ਲਾਉਂਦਾ ਸੀ, ਤੇ ਕੋਈ ਵੀ ਗਰੀਬ ਆ ਜਾਂਦਾ, ਚਾਹੇ ਉਹ ਕੋਈ ਹਿੰਦੂ ਹੁੰਦਾ, ਚਾਹੇ ਕੋਈ ਮੁਸਲਮਾਨ ਹੁੰਦਾ, ਕੋਈ ਵੀ ਆ ਜਾਂਦਾ ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦਾ ਭਾਈ ਤਾਰੂ ਸਿੰਘ। ਤੇ ਇਹ ਜਿਹੜਾ ਦੁਸ਼ਟ ਹੈ, ਪਾਪੀ ਹੈ, ਹਰ ਭਗਤ ਨਿਰੰਜਨ, ਇਹ ਕਹਿਣ ਲੱਗਾ ਕਿ ਉਹ ਤੇ ਸਿਰਫ ਸਿੰਘਾਂ ਦੀ ਸੇਵਾ ਕਰਦਾ, ਹੋਰ ਕਿਸੇ ਨੂੰ ਨਹੀਂ ਮੰਨਦਾ। ਭਾਗ ਸਲਾਤ ਸੁਨੂ ਤੇ ਕਾਨ ਕਹਿਣ ਲੱਗਾ ਜਦੋਂ ਕਿ ਮੁੱਲਾ ਮਾਗ ਦਿੰਦਾ ਹੈ, ਨਵਾਜ਼ ਪੜ੍ਹਦਾ ਹੈ, ਤੇ ਭਾਈ ਤਾਰੂ ਸਿੰਘ ਕੰਨਾਂ ਵਿੱਚ ਉਂਗਲਾਂ ਲੈ ਲੈਂਦਾ ਹੈ। ਸੀਰ ਨੀ ਪੀਰ ਲਖਾਨ ਅਤੇ ਨਾ ਹੀ ਭਾਈ ਤਾਰੂ ਸਿੰਘ ਸਾਡੇ ਪੀਰਾਂ ਦੀ ਕੋਈ ਸਿਰ ਨਹੀਂ ਖਾਂਦਾ ਹੈ, ਨਾ ਕੋਈ ਭੋਗ ਖਾਂਦਾ ਹੈ। ਤੇ ਇਹ ਹਰੇਕ ਸਿੱਖ ਵਾਸਤੇ ਬਣਾਈ ਹੈ, ਜੋ ਵੀ ਗੁਰੂ ਦਾ ਸਿੱਖ ਹੈ, ਗੁਰੂ ਦਾ ਸਿੱਖ ਹੈ, ਹਰੇਕ ਵਾਸਤੇ ਬਣਾਈ ਹੈ। ਰਹਿਤ ਮਰਿਆਦਾ ਦੇ ਵਿੱਚ ਜੋ ਰਹਿਤਨਾਮਿਆਂ ਦੇ ਵਿੱਚ ਵਚਨ ਨੇ ਕਿ ਸਿੰਘ ਨੇ ਥਾਵਾਂ ਥਾਵਾਂ ਤੇ ਜਾ ਕੇ ਪਛਾਣ ਇਹ ਪੀਰਾਂ ਦਾ ਛਕ ਲਿਆ, ਜਾਂ ਰੋੜ ਖਾ ਲਿਆ, ਜਾਂ ਸੀਰਨੀਆਂ ਖਾ ਲਈਆਂ, ਇਹ ਹਰ ਇੱਕ ਵਾਸਤੇ ਬਣਾਈ ਹੈ, ਸਿੰਘ ਵਾਸਤੇ। ਜੋ ਗੁਰੂ ਦਾ ਸਿੰਘ ਨਹੀਂ ਹੋ ਸਕਦਾ, ਜਿਹੜਾ ਥਾਵਾਂ ਥਾਵਾਂ ਤੇ ਜਾ ਕੇ ਜਿੱਥੇ ਪ੍ਰਸ਼ਾਦ ਕਰਦੇ, ਚਾਹੇ ਪੀਰਾਂ ਹੋਵੇ, ਚਾਹੇ ਰੋਟ ਹੋਵੇ, ਸੀਰਨੀ ਹੋਵੇ, ਇਹ ਮਨਾਹੀ ਹੈ। ਇਹ ਰਹਿਤਨਾਮਿਆਂ ਦੇ ਵਿੱਚ ਵਚਨ ਹੈ, ਗੁਰੂ ਦੇ ਸਿੰਘ ਨੇ ਥਾਵਾਂ ਥਾਵਾਂ ਪ੍ਰਸ਼ਾਦ ਨਹੀਂ ਛਕਣਾ, ਸਿਰਫ ਗੁਰੂ ਦਾ ਕੋਈ ਛਕਣਾ। ਤੇ ਇਹ ਜਿਹੜਾ ਪਾਪੀ ਹੈ, ਹਰ ਭਗਤ ਨਿਰੰਜਨ, ਇਹ ਕਹਿਣ ਲੱਗਾ ਕਿ ਭਾਈ ਤਾਰੂ ਸਿੰਘ ਦੇ ਕਿਸੇ ਸ਼ੇਰਨੀ ਦੀ, ਕਿਸੇ ਰੋਟ, ਕਿਸੇ ਪੀਰ ਦੇ ਸ਼ੇਰਨੀ ਜਾਂ ਰੋਟ ਆਦਿ ਨਹੀਂ ਖਾਂਦਾ। ਸ਼ਬਦ ਚੌਕੀ ਗੁਰ ਆਪਣੇ ਕੀ ਕਰੇ ਬਸ ਭਾਈ ਤਾਰੂ ਸਿੰਘ ਤੇ ਆਪਣੇ ਗੁਰੂ ਦਾ ਹੀ ਸ਼ਬਦ ਪੜ੍ਹਦਾ, ਆਪਣੇ ਗੁਰੂ ਦੇ ਹੀ ਬਾਣੀ ਪੜ੍ਹਦਾ ਹੈ। ਮਰਨੇ ਤੇ ਲੈਕ ਨ ਡਰੇ ਆਪੋ ਮਰਨ ਤੋਂ ਵੀ ਥੋੜੇ ਮਾਤਰ ਵੀ ਭਾਈ ਤਾਰੂ ਸਿੰਘ ਨਹੀਂ ਕਰਦਾ। ਗੰਗਾ ਜਮਨਾ ਨਿਕਟ ਨ ਜਾਵੇ ਇਹ ਹੁਣ ਧੰਨ ਭਗਤ ਨਿਰੰਜਨ ਚੰਗੀ ਤਰ੍ਹਾਂ ਨਾਲ ਕਰ ਰਿਹਾ ਹੈ, ਚੰਗੀ ਤਰ੍ਹਾਂ ਚੁਗਲੀਆਂ ਕਰ ਰਿਹਾ ਹੈ, ਕਿਉਂਕਿ ਇਸ ਹਰ ਭਗਤ ਨਿਰੰਜਨੀ ਪਾਪੀ ਇਹ ਲੋਕ ਸਿੰਘ ਮੈਂ ਤਾਰੂ ਸਿੰਘ ਨੂੰ ਸ਼ਹੀਦ ਕਰਾ ਕੇ, ਜਿਹੜਾ ਕੋਈ ਭਾਈ ਤਾਰੂ ਸਿੰਘ ਦੀ ਜ਼ਮੀਨ ਦਾ ਟੁਕੜਾ ਹੈ, ਜ਼ਮੀਨ ਹੈ, ਉਹ ਮੈਂ ਕਬਜ਼ੇ ਵਿੱਚ ਕਰ ਲਵਾਂਗਾ, ਮੈਂ ਲਵਾਂਗਾ। ਇਸ ਕਰਕੇ ਬੜੀਆਂ ਤੁਹਮਤਾਂ ਲਾ ਰਿਹਾ ਹੈ। ਕਹਿਣ ਲੱਗਾ ਇਹ ਠੀਕ ਹੈ, ਕਹਿਣ ਲੱਗਾ ਗੰਗਾ ਜਮਨਾ ਦੇ ਭਾਈ ਤਾਰੂ ਸਿੰਘ ਨਹੀਂ ਜਾਂਦਾ। ਆਪਣੇ ਗੁਰ ਕੀ ਛਪੜੀ ਨਾਵੇ ਦਸ ਆਪਣੇ ਗੁਰੂ ਦੀ ਛਪੜੀ ਭਾਵ ਸਰੋਵਰ ਵਿੱਚ ਇਸ਼ਨਾਨ ਕਰਦਾ। ਉਸ ਸਮੇਂ ਕੋਈ ਸਰੋਵਰ ਕਰਕੇ ਨਹੀਂ ਸੰਗਣਿਆ ਤੇ ਕਹਿਣ ਲੱਗਾ ਆਪਣੇ ਗੁਰੂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ। ਜਗਨਨਾਥ ਕੁੰਡਾ ਆਖੈ ਕਹਿਣ ਲੱਗਾ ਕਿ ਜਿਹੜਾ ਜਗਨਨਾਥ ਦਾ ਮੰਦਰ ਹੈ, ਮੂਰਤ ਹੈ, ਉਸ ਨੂੰ ਵੀ ਭਾਈ ਤਾਰੂ ਸਿੰਘ ਕੁੰਡਾ ਹੀ ਆਖਦਾ ਹੈ। ਰਾਮ ਕ੍ਰਿਸ਼ਨ ਤੂੰ ਜਾਪ ਨ ਭਾਖੈ ਅਤੇ ਨਾ ਰਾਮ ਕ੍ਰਿਸ਼ਨ ਦਾ ਵੀ ਜਾਪ ਨਹੀਂ ਕਰਦਾ। ਉਹ ਕਹਿ ਦਿੰਦਾ ਕ੍ਰਿਸ਼ਨ ਕ੍ਰਿਸ਼ਨ ਪ੍ਰਭੂ ਨਾ ਧਿਆਨ, ਕਿ ਕ੍ਰਿਸ਼ਨ ਕ੍ਰਿਸ਼ਨ ਦੇ ਵਿੱਚ ਕਿਸੇ ਨੂੰ ਨਹੀਂ ਧਿਆਨ, ਇੱਕ ਪਰਮਾਤਮਾ ਤੇ ਉਸ ਦੀ ਹੋਂਦ ਰੱਖੀ ਹੈ। ਦੋਹਰਾ ਰਾਤ ਤੁਰੈ ਦਿਨ ਬਹਿ ਰਹੈ ਅਤੇ ਕਹਿਣ ਲੱਗਾ ਹਰ ਭਗਤ ਨਿਰੰਜਨੀਆਂ ਕੇ ਰਾਤ ਦੇ ਸਮੇਂ ਭਾਈ ਤਾਰੂ ਸਿੰਘ ਜਾਂਦਾ ਹੈ, ਦਿਨ ਦੇ ਵੇਲੇ ਸਾਰਾ ਦਿਨ ਆਪਣੇ ਘਰ ਵਿੱਚ ਹੀ ਰਹਿੰਦਾ ਹੈ। ਤਨ ਆਖ ਬਚਾਏ
ਅਤੇ ਲੋਕਾਂ ਤੋਂ ਅੱਗ ਚ ਬਚਾ ਕੇ ਤੇ ਫਿਰ ਜੰਗਲਾਂ ਦੇ ਵਿੱਚ ਜਾਂਦਾ ਹੈ ਰਾਤ ਦੇ ਸਮੇਂ ਸਿਰ ਪਰ ਕੰਡ ਉਠਾਈ ਅਤੇ ਤੈ ਸਿਰ ਦੇ ਉੱਪਰ ਜਿਹੜੀ ਪ੍ਰਸ਼ਾਦਿਆਂ ਦੀ ਪੰਡ ਹੈ ਉਹ ਰਾਤ ਨੂੰ ਪਹਿਲਾਂ ਪ੍ਰਸ਼ਾਦੇ ਬਣਾਉਂਦੇ ਨੇ ਨਾਲ ਦਾਰੂ ਨੂੰ ਲੱਗਦਾ ਹੈ ਨਾਲ ਧਿਆਨ ਦਾਰੂ ਅਤੇ ਨਾਲ ਪ੍ਰਸ਼ਾਦਾ ਬਣਾਉਂਦੇ ਨੇ ਟੋਕਰਾ ਭਰ ਕੇ ਦਾਲ ਸੁਣੀ ਲੈ ਕੇ ਤੇ ਫਿਰ ਭਾਈ ਦਾਰੂ ਸਿੰਘ ਟੋਕਰਾ ਚੁੱਕ ਕੇ ਚਲਾ ਜਾਂਦਾ ਹੈ ਸਿੰਘਨ ਪਰ ਪਹੁੰਚਾਈ ਫਿਰ ਉਹ ਸਿੰਘਾਂ ਦੇ ਕੋਲ ਉਹ ਪ੍ਰਸ਼ਾਦੇ ਦਾ ਟੋਕਰਾ ਭੇਜ ਦਿੰਦਾ ਹੈ ਜੋ ਪਈ ਔਰ ਦੂਸਰੂ ਮਤਾਬ ਸਿੰਘ ਨਾਮ ਅਤੇ ਇਹ ਕਹਿਣ ਲੱਗਾ ਹਰ ਭਗਤ ਨਰੰਜਿਆ ਕਿ ਇੱਕ ਹੋਰ ਸਿੰਘ ਹੈ ਭਾਈ ਮਹਿਤਾਬ ਸਿੰਘ ਮੀਰਾ ਦਾਸ ਪ੍ਰਾਮ ਇਹ ਮੀਰਾਂ ਕੋਟ ਦਾ ਰਹਿਣ ਵਾਲਾ ਹੈ ਮੀਰਾਂ ਕੋਟ ਭਾਈ ਮਹਿਤਾਬ ਸਿੰਘ ਦਾ ਪਿੰਡ ਹੈ ਇਸ ਦਿਨ ਤੇ ਪੁਨ ਮਾਰਿਓ ਮਸਾ ਲਗਾ ਜਿਸ ਦਿਨ ਤੋਂ ਭਾਈ ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਵੱਟਿਆ ਹੈ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਸੋੜ ਪਿੰਡ ਰਹਿ ਚੱਲ ਮੈਂ ਨਸਾ ਉਸ ਦਿਨ ਤੋਂ ਭਾਈ ਮਹਿਤਾਬ ਸਿੰਘ ਝਾਲ ਦੇ ਵਿੱਚ ਜੰਗਲ ਦੇ ਵਿੱਚ ਉੱਥੇ ਰਹਿ ਰਿਹਾ ਹੈ ਆਪਣੇ ਪਿੰਡ ਨੂੰ ਉਸ ਦਿਨ ਦਾ ਛੱਡ ਕੇ ਉਹ ਜੰਗਲਾਂ ਦੇ ਵਿੱਚ ਝਲਾਂ ਦੇ ਵਿੱਚ ਰਹਿੰਦਾ ਹੈ ਦੇ ਨੇੜੇ ਕਦੇ ਜਾਵੇ ਦੂਰ ਕਦੇ ਕਦੇ ਤੇ ਭਾਈ ਮਹਿਤਾਬ ਸਿੰਘ ਨੇੜੇ ਆ ਜਾਂਦਾ ਹੈ ਪਿੰਡ ਦੇ ਨੇੜੇ ਤੇ ਕਦੇ ਕਦੇ ਬਹੁਤ ਦੂਰ ਚਲਾ ਜਾਂਦਾ ਹੈ ਤੁਦਾ ਸਿੰਘਨ ਜ਼ਰੂਰ ਅਤੇ ਫਿਰ ਉਹ ਲੁੱਟ ਖੋਹ ਕਰਕੇ ਜਿੰਨੇ ਵੀ ਮਾਇਆ ਹੋਈ ਇਕੱਤਰ ਹੁੰਦੀ ਹੈ ਇਕੱਠੀ ਹੁੰਦੀ ਹੈ ਭਾਈ ਮਹਿਤਾਬ ਕੋਲ ਭਾਈ ਮਹਿਤਾਬ ਸਿੰਘ ਕੋਲ ਉਹ ਸਾਰੀ ਮਾਇਆ ਫਿਰ ਸਿੰਘਾਂ ਨੂੰ ਭੇਜ ਦਿੰਦਾ ਹੈ ਸਿੰਘਾਂ ਨੂੰ ਦੇ ਦਿੰਦਾ ਹੈ 20-50 ਰਹੇ ਉਸ ਸਾਥ ਹਰ ਭਗਤ ਨਰੰਜਨੀਆਂ ਕਹਿਣ ਲੱਗਾ ਜੀ ਭਾਈ ਮਹਿਤਾਬ ਸਿੰਘ ਦੇ ਨਾਲ 20-50 ਸਿੰਘ ਵੀ ਰਹਿੰਦੇ ਉਹ ਇਕੱਲਾ ਨਹੀਂ ਰਹਿੰਦਾ 20-50 ਸਿੰਘ ਭਾਈ ਮਹਿਤਾਬ ਸਿੰਘ ਦੇ ਨਾਲ ਰਹਿੰਦੇ ਹਨ ਲੋਕਨ ਕੋ ਬਹਿਲਾਵੇ ਹਾਥ ਲੋਕਨ ਕੋ ਬਹਿਲਾਵੇ ਹਾਥ ਅਤੇ ਲੋਕਾਂ ਨੂੰ ਵੀ ਹੱਥ ਲਵਾ ਦਿੰਦਾ ਹੈ ਭਾਈ ਮਹਿਤਾਬ ਸਿੰਘ ਕਿਸੈ ਮੰਗੈ ਕਿਸੇ ਲੈ ਡਰਾਈ ਕਿਸੇ ਤੋਂ ਤੇ ਮੰਗ ਕੇ ਤੇ ਕਿਸੇ ਨੂੰ ਡਰਾ ਕੇ ਮਾਇਆ ਤੋਂ ਲੈਂਦਾ ਹੈ ਲੈ ਲੈਂਦਾ ਹੈ ਲੋਕਨ ਪਰ ਕਰ ਲਈ ਠਹਿਰਾਈ ਆਦੇ ਭਾਈ ਮਹਿਤਾਬ ਸਿੰਘ ਨੇ ਲੋਕਾਂ ਦੇ ਉੱਪਰ ਟੈਕਸ ਲਾਇਆ ਹੋਇਆ ਹੈ ਕਰ ਲਾਇਆ ਹੈ ਜੋ ਉਸ ਕੀ ਨੈ ਕਰ ਠਹਿਰਾਈ ਜਿਹੜਾ ਵੀ ਕੋਈ ਭਾਈ ਜੇ ਉਸ ਕੀ ਨਹਿ ਕਰ ਠਹਿਰਾਏ ਕੋਈ ਵੀ ਉਸ ਦਾ ਕਾਰਜ ਜਿਹੜਾ ਟੈਕਸ ਹੈ ਨਹੀਂ ਰੋਕਦਾ ਦੀਵੈ ਅਗਨ ਲਗਾਈ ਹਾਂ ਜਿਹੜਾ ਕੋਈ ਰੋਕ ਵੀ ਲਾਵੇ ਤੇ ਉਸ ਦਾ ਕੂਵਰ ਤੇ ਖੇਤ ਉਸ ਦੇ ਉਜਾੜ ਦਿੰਦਾ ਹੈ ਭਾਈ ਮਹਿਤਾਬ ਸਿੰਘ ਲੋਕਰਾ ਨਵਾਬ ਕਹੀ ਹਰ ਭਗਤ ਤੂੰ ਜਦੋਂ ਇਹ ਸਾਰੀ ਗੱਲ ਨਵਾਬ ਬਹਾਦਰ ਜਗਰੀ ਖਾਨ ਨੇ ਸੁਣੀ ਤੇ ਫਿਰ ਹਰ ਭਗਤ ਨਰੰਜੀਏ ਨੂੰ ਕਹਿਣ ਲੱਗਾ ਕਾਬ ਸਿੰਘ ਤੂੰ ਲਿਆ ਕਹਿਣ ਲੱਗਾ ਹਰ ਭਗਤ ਨਰੰਜੀਏ ਤੂੰ ਜਾ ਤੁਰਦੇ ਭਾਈ ਮਹਿਤਾਬ ਸਿੰਘ ਨੂੰ ਲੈ ਕੇ ਆ ਮੈਂ ਉਸਕਾ ਸੰਗ ਸਿੱਖ ਬਹੋ ਤੂੰ ਦੱਸੀ ਰਿਹਾ ਹੈ ਕਿ ਭਾਈ ਮਹਿਤਾਬ ਸਿੰਘ ਦੇ ਨਾਲ ਬਹੁਤ ਸਿੱਖ ਨੇ ਕੋਈ 20-50 ਸਿੰਘ ਭਾਈ ਮਹਿਤਾਬ ਸਿੰਘ ਨਾਲ ਰਹਿੰਦਾ ਹੈ ਬਹੁਤ ਫੌਜ ਲੈ ਜਾ ਤੇ ਇਸ ਕਰਕੇ ਅੱਜ ਜਿੰਨੇ ਵੀ ਫੌਜ
ਉਹ ਫੌਜ ਨੂੰ ਨਾਲ ਲੈ ਕੇ ਚਲਾ ਜਾ। ਜਿੰਨੀ ਵੀ ਤੈਨੂੰ ਫੌਜ ਚਾਹੀਦੀ ਹੈ, ਕਿਉਂਕਿ ਭਾਈ ਮਹਿਤਾਬ ਨਾਲ ਸਿੰਘ ਰਹਿ ਰਹੇ ਤੇ ਇਸ ਕਰਕੇ ਜਿੰਨੀ ਵੀ ਫੌਜ ਲੈ ਕੇ ਜਾਣੀ ਹੈ ਉਹ ਲੈ ਜਾ। ਜੋ ਕਈ ਔਤਾਨ ਸਿੰਧ ਕੱਲਾ ਜੋ ਅਤੇ ਦੂਸਰਾ ਜਿਹੜਾ ਭਾਈ ਤਾਰੂ ਸਿੰਘ ਹੈ ਉਹਦੇ ਕੱਲਾ ਹੀ ਪਿੰਡ ਵਿੱਚ ਰਹਿ ਰਿਹਾ ਹੈ, ਉਹਦੇ ਕੱਲਾ ਹੀ ਸਿੰਘ ਹੈ। ਜਾਏ ਲੈ ਆਵੈ ਸੋ ਅਹਦੀ ਜਾਏ ਲੈ ਆਵੈ ਸੋ ਤੇ ਭਾਈ ਤਾਰੂ ਸਿੰਘ ਨੂੰ ਤੇ ਜਿਹੜੇ ਸਾਡੇ ਕਹਿੰਦੇ ਹਨ ਫੌਜ ਹੈ, ਸਾਡੇ ਸਿਪਾਹੀ ਭਾਈ ਤਾਰੂ ਸਿੰਘ ਨੂੰ ਤੇ ਉਹ ਹੀ ਫੜ ਲਿਆਉਣਗੇ, ਕਿਉਂਕਿ ਉਹਦੇ ਨਗਰ ਦੇ ਵਿੱਚ ਇਕੱਲਾ ਹੀ ਰਹਿ ਰਿਹਾ ਹੈ ਤੇ ਭਾਈ ਮਹਿਤਾਬ ਸਿੰਘ ਦੇ ਨਾਲ ਸਿੰਘ ਇਸ ਕਰਕੇ ਤਾਂ ਬਹੁਤੀ ਫੌਜ ਲੈ ਜਾ। ਭਾਈ ਮਹਿਤਾਬ ਸਿੰਘ ਨੂੰ ਫੜ ਕੇ ਲੈ ਕੇ ਆ ਤੇ ਜਿਹੜੇ ਸਿਪਾਹੀ ਹਨ ਸਾਡੇ ਫੌਜ ਹੈ ਉਹ ਭਾਈ ਤਾਰੂ ਸਿੰਘ ਨੂੰ ਫੜ ਕੇ ਲੈ ਕੇ ਆਉਣ। ਈਸ ਕੁਤਿਸ ਸੰਗ ਪਿਆਤੇ ਦੇਉ ਭਾਈ ਤਾਰੂ ਸਿੰਘ ਨੂੰ ਫੜਨ ਵਾਸਤੇ ਤੇ ਬਸ 20 ਜਿਹੜੇ ਪਿਆਰੇ ਫੌਜ ਹੈ ਸਿਪਾਹੀ ਨੇ ਉਹ ਭੇਜ ਦਿੰਦੇ ਹਾਂ। ਰਸਤੇ ਚੌਕ ਉਸ ਕਰਨੇ ਆਹ ਸਾਰਾ ਜਿਹੜਾ ਰਸਤਾ ਹੈ ਉਸ ਰਸਤੇ ਦੇ ਵਿੱਚ ਵੀ ਕੋਈ ਚੌਕਸੀ ਕੋਈ ਸਤਾਈ ਕਰ ਤੇ ਕਿਤੇ ਸਿੰਘ ਭਾਈ ਤਾਰੂ ਸਿੰਘ ਨੂੰ ਛੁਡਾ ਨਾ। ਇਸ ਕਰਕੇ ਰਸਤੇ ਦੇ ਵਿੱਚ ਵੀ ਪੂਰੀ ਜਿਹੜੀ ਸਤਾਈ ਹੈ ਚੌਕਸੀ ਹੈ ਉਹ ਕਰ ਦਿੰਦੇ ਹਾਂ। ਨਵਾਬ ਫਰਮਾਈ ਤਿਨ ਹੀ ਕਰੀ ਜਿਵੇਂ ਨਵਾਬ ਨੇ ਖਾਨ ਬਹਾਦਰ ਚੱਕਰੀ ਨੇ ਜਿਵੇਂ ਜਿਵੇਂ ਆਖਿਆ ਉਸੇ ਤਰ੍ਹਾਂ ਹੀ ਹਰ ਭਗਤ ਨਰਜੀਏ ਨੇ ਕੀਤਾ। ਤੁਰਤ ਦੋਨੋਂ ਪਰ ਪਹੁੰਚੈ ਚਰੀ ਬੜੀ ਤੁਰਤ ਹੀ ਬੜੀ ਛੇਤੀ ਹੀ ਉਸੇ ਦਿਨ ਹੀ ਜਿਹੜੀ ਫੌਜ ਸੀ ਉਹ ਚੜ੍ਹ ਕੇ ਚੱਲ ਪਈ। ਭਾਈ ਮਹਿਤਾਬ ਸਿੰਘ ਮੀਰਾ ਕੋਠਿਆ ਉੱਪਰ ਵੀ ਤੇ ਇੱਧਰ ਭਾਈ ਤਾਰੂ ਸਿੰਘ ਨੂੰ ਫੜਨ ਵਾਸਤੇ, ਕਿਉਂਕਿ ਭਾਈ ਮਹਿਤਾਬ ਸਿੰਘ ਵੀ ਸਿੰਘਾਂ ਦੀ ਸੇਵਾ ਕਰ ਰਿਹਾ ਹੈ ਤੇ ਭਾਈ ਤਾਰੂ ਸਿੰਘ ਵੀ ਪ੍ਰਸ਼ਾਦੇ ਛਕਾਉਣ ਦੀ ਸੇਵਾ ਕਰਦਾ ਹੈ। ਇਸ ਮਲੇਸ਼ ਨੇ ਬਾਬੇ ਨੇ ਸੋਚਿਆ ਕਿ ਜਿਹੜੇ ਸਿੰਘਾਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਭੇਜਦੇ ਨੇ, ਹੁਣ ਪਹਿਲਾਂ ਮੈਂ ਉਹਨਾਂ ਨੂੰ ਮਾਰਨਾ, ਉਹਨਾਂ ਨੂੰ ਸਿੰਘਾਂ ਨੂੰ ਨਾਸ ਕਰਨਾ ਜਿਹੜੇ ਪ੍ਰਸ਼ਾਦਾ ਪਾਣੀ ਸਿੰਘਾਂ ਨੂੰ ਭੇਜਦੇ ਹਨ। ਮਹਿਦੀਆਂ ਜਾਏ ਤਾਰੂ ਸਿੰਘ ਫੜਿਓ ਉਸੇ ਵੇਲੇ ਜਿਹੜੇ ਅਹਿਦੀ ਸਨ ਸਿਪਾਹੀ ਸਨ ਉਹ ਭਾਈ ਤਾਰੂ ਸਿੰਘ ਦੇ ਪਿੰਡ ਗਏ ਚਲੇ। ਉਹਲੇ ਨਗਰ ਦੇ ਵਿੱਚ ਜਾ ਕੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ, ਫੜ ਲਿਆ। ਆਪ ਅਹਿਰ ਤਿਨ ਕਾਕੂ ਕਰਿਓ ਆਦੇ ਨਵਾਬ ਕਹੂ ਤਿਨ ਕਰ ਕਰਿਓ। ਨਵਾਬ ਨੇ ਜਿਵੇਂ ਆਖਿਆ ਸੀ ਹਮੇ ਉਹਨਾਂ ਨੇ ਕੀਤਾ। ਮੇਰਾ ਫੂਡ ਪੜਾਣੇ ਲਾਈ ਜਦੋਂ ਭਾਈ ਤਾਰੂ ਸਿੰਘ ਨੂੰ ਫੜ ਲਿਆ, ਹੁਣ ਮਾਨੂੰ ਨੂੰ ਪਤਾ ਹੈ ਕਿ ਮੇਰੇ ਪੁੱਤਰ ਨੂੰ ਇਹਨਾਂ ਦੁਸ਼ਟਾਂ ਦੀ ਜ਼ਾਲਿਮਾਂ ਪਾਪੀਆਂ ਨੇ ਨਹੀਂ ਛੱਡਣਾ ਤੇ ਮਾਂ ਨੇ ਸਿੱਖਿਆ ਦਿੱਤੀ ਪੁੱਤਰ ਇਹ ਜਿਹੜੀ ਸਿੱਖੀ ਹੈ ਇਸ ਦੇਸਾਂ ਸਵਾਸਾਂ ਦੇ ਨਾਲ ਨਿਭਾਵੀ, ਕਿਤੇ ਦਾਗ ਨਾ ਲਾ ਦੇਣਾ ਕਿ ਸਿੱਖੀ ਦੇਸਾਂ ਸਵਾਸਾਂ ਦੇ ਨਾਲ ਸਿੱਖੀ ਨੂੰ ਰੱਖਣ ਵਾਸਤੇ ਜਿਨ ਦਿਨ ਆਪਣੀ ਸੀਸ ਦਾ ਵੀ ਬਲੀਦਾਨ ਦੇਣਾ ਪਵੇ ਤੇ ਪੁੱਤਰ ਨੂੰ ਦੇ ਦਿਓ। ਕਿਉਂਕਿ ਮਾਤਾ ਨੇ ਸਿੱਖਿਆ ਐਸੀ ਦਿੱਤੀ ਸੀ ਬਚਪਨ ਤੋਂ ਛੋਟੇ ਹੁੰਦੇ ਸਾਹਿਬਜ਼ਾਦਿਆਂ ਦਾ ਗੁਰੂ ਸਾਹਿਬਾਨਾਂ ਦਾ ਇਤਿਹਾਸ ਸੁਣਾਇਆ ਸੀ। ਸਿੱਖੀ ਦੇ ਵਿੱਚ ਨਹੀਂ ਤਾਂ 24-25 ਸਾਲ ਦੀ ਉਮਰ ਸੀ ਭਾਈ ਤਾਰੂ ਸਿੰਘ ਦੀ। ਸਿੱਖੀ ਦੇ ਵਿੱਚ ਮਾਤਾ ਨੇ ਤਿਲਕ ਕਰਾ ਦਿੱਤਾ, ਪੱਕਾ ਕੀਤਾ ਸੀ ਭਾਈ ਤਾਰੂ ਸਿੰਘ। ਮਾਂ ਕਹਿਣ ਲੱਗੀ ਜੇ ਹੁਣ ਪੁੱਤਰ ਤੋਂ ਮੁੜ ਕੇ ਨਹੀਂ ਆਉਣਾ, ਇਹਨਾਂ ਜ਼ਾਲਮਾਂ ਇਹਨਾਂ ਪਾਪੀਆਂ ਨੇ ਤੈਨੂੰ ਨਹੀਂ ਛੱਡਣਾ ਪਰ ਆਪਣੀ ਸਿੱਖੀ ਰੱਖੀ।
बेशक शीश का बलिदान देना पड़ जावे और सिक्खी तो कभी कभी ऐसी ऐसी शिक्षा माता ने दी ਲੋਕ ਦੇਖਨੇ ਸੁਨ ਕੈ ਆਈ तेरा मोड़ बढ़ाने लाए ਜਦੋਂ ਇਸ ਤਰ੍ਹਾਂ ਭਾਈ ਤਾਰੂ ਸਿੰਘ ਪੂਲੇ ਨਗਰ ਨੂੰ ਫੜ ਲਿਆ ਤੇ ਫਿਰ ਜਦੋਂ ਰਸਤੇ ਦੇ ਵਿੱਚ ਆ ਕੇ ਇਹਨਾਂ ਨੇ ਪੜਾਣੇ ਪਿੰਡ ਦੇ ਵਿੱਚ ਡੇਰਾ ਕੀਤਾ ਮਹਿਤੀ ਲਾਗੇ ਪੂਰਾ ਸੁਮਨ ਅਤੇ ਲੋਕ ਦੇਖ ਕੇ ਸੁਣ ਕੇ ਆਏ ਬਹੁਤ ਲੋਕ ਆ ਗਏ ਜਦੋਂ ਸੁਣਿਆ ਕਿ ਭਾਈ ਤਾਰੂ ਸਿੰਘ ਇਹਨਾਂ ਸਿਪਾਹੀਆਂ ਨੇ ਮੁਗਲਾਂ ਨੇ ਗ੍ਰਿਫਤਾਰ ਕਰ ਲਿਆ ਜਦੋਂ ਇਹ ਗੱਲ ਸਿੰਘਾਂ ਨੇ ਸੁਣੀ ਕਿਉਂਕਿ ਸਾਰੇ ਪਾਸੇ ਭਾਈ ਤਾਰੂ ਸਿੰਘ ਨੂੰ ਜਾਣਦੇ ਸਿੰਘ ਬੜੀ ਸੇਵਾ ਕਰਦਾ ਹੈ ਤੇ ਜਦੋਂ ਸਿੰਘਾਂ ਨੇ ਸੁਣਿਆ ਕਿ ਭਾਈ ਤਾਰੂ ਸਿੰਘ ਫੜੇ ਗਏ ਉਹ ਸਾਰੇ ਸਿੰਘ ਪੜਾਣੇ ਪਿੰਡ ਦੇ ਇਕੱਠੇ ਹੋ ਗਏ ਹਾਰੈ ਜਗ ਕੀ ਲੋਕਨ ਤਾਨ ਅਤੇ ਜਦੋਂ ਇਕੱਠੇ ਹੋ ਗਏ ਤੇ ਫੌਜ ਵਾਲੇ ਫਿਰ ਬੜਾ ਬੁਰਾ ਬਣਦੇ ਮਾਰਿਆ ਚਮਕੀ ਲੋਕਾਂ ਨੂੰ ਚਮਕਾ ਮਾਰਦੇ ਨੇ ਕੋਰੜੇ ਮਾਰਦੇ ਹਨ ਮਹਿਦੀਅਤ ਕੋ ਕਸ ਦੇ ਕੈ ਦਾਨ ਉਹਨਾਂ ਸਿੰਘਾਂ ਨੇ ਵੀ ਦੇਖ ਲਿਆ ਕਿ ਇਹ ਨਾ ਫੌਜ ਦੇ ਕੋਲ ਸਿਪਾਹੀਆਂ ਦੇ ਕੋਲ ਸਾਡਾ ਵਸ ਨਹੀਂ ਚੱਲਦਾ ਇਹ ਤੇ ਸਾਨੂੰ ਭਾਈ ਤਾਰੂ ਸਿੰਘ ਨੂੰ ਮਿਲਣ ਨਹੀਂ ਦੇ ਰਹੇ ਇਹ ਤੇ ਅੱਗੇ ਜਾਣ ਹੀ ਨਹੀਂ ਦੇ ਰਹੇ ਉਹਨਾਂ ਸਿੰਘਾਂ ਨੇ ਕੁਝ ਪੈਸੇ ਇਕੱਠੇ ਕਰਕੇ ਮਾਇਆ ਇਕੱਠਾ ਕਰਕੇ ਉਹਨਾਂ ਸਿਪਾਹੀਆਂ ਨੂੰ ਫੌਜ ਨੂੰ ਦੇ ਦਿੱਤੇ ਦਰਸ਼ਨ ਕਰਿਓ ਤਾਰੂ ਸਿੰਘ ਬ੍ਰਾਹਮ ਤੇ ਫਿਰ ਉਹਨਾਂ ਸਿਪਾਹੀਆਂ ਨੇ ਉਹਨਾਂ ਸਿੰਘਾਂ ਨੂੰ ਜਾਣ ਦਿੱਤਾ ਤੇ ਜਾ ਕੇ ਸਿੰਘ ਭਾਈ ਤਾਰੂ ਸਿੰਘ ਨੂੰ ਜਾ ਕੇ ਮਿਲੇ ਭਾਈ ਤਾਰੂ ਸਿੰਘ ਜੀ ਨੇ ਜਾ ਕੇ ਦਰਸ਼ਨ ਕੀਤੇ ਭੈਣ ਸਾਤ ਸਥੀ ਸੋ ਫੜੀ ਆਈ ਭੈਣ ਤਾਰੂ ਸਿੰਘ ਜੀ ਦੀ ਭੈਣ ਉਹ ਵੀ ਇਹਨਾਂ ਮੁਗਲਾਂ ਦੇ ਨਾਲ ਖੜੀ ਸੀ ਸੋ ਦਮ ਦੇ ਲੋਕਨ ਛਡਵਾਈ ਉਹਦੇ ਉਹਨਾਂ ਸਿੰਘਾਂ ਨੇ ਪੈਸੇ ਦੇ ਕੇ ਉਹਨਾਂ ਸਿਪਾਹੀਆਂ ਨੂੰ ਮੁਗਲਾਂ ਮਾਇਆ ਦੇ ਕੇ ਭੈਣ ਤਾਰੂ ਤੇ ਛਡਾ ਲਿਆ ਦੋਹਰਾ ਉਤੇ ਪੜਾਣੇ ਗੁਰ ਸਿੱਖੀ ਕਿਉਂਕਿ ਪੜਾਣੇ ਪਿੰਡ ਦੇ ਵਿੱਚ ਗੁਰੂ ਕੀ ਸਿੱਖੀ ਸੀ ਗੁਰੂ ਸਾਹਿਬ ਜੀ ਦੀ ਸਿੱਖੀ ਪੜਾਣੇ ਪਿੰਡ ਵਿੱਚ ਬਹੁਤ ਸਿੰਘ ਰਹਿੰਦੇ ਸਨ ਤੇ ਸਿੱਖੀ ਸੀ 3 ਲੱਖ ਆਇਓ ਉਹਨਾਂ ਸਿੰਘਾਂ ਨੂੰ ਇਹ ਦੇਖ ਕੇ ਬੜਾ ਗੁੱਸਾ ਆਇਆ ਕਿ ਇਹਨਾਂ ਨੇ ਭਾਈ ਤਾਰੂ ਸਿੰਘ ਨੂੰ ਫੜਿਆ ਹੈ ਨਾਲ ਭੈਣ ਬਣ ਕੇ ਲਾਈ ਭਾਈ ਤਾਰੂ ਸਿੰਘਾਂ ਨੂੰ ਬੜਾ ਗੁੱਸਾ ਚੜਿਆ ਤਾਰੂ ਸਿੰਘ ਛੁਡਾਈਏ ਅਤੇ ਉਹਨਾਂ ਸਿੰਘਾਂ ਨੇ ਵਿਚਾਰ ਕਰ ਪੜਾਣੇ ਕਹਿਣ ਲੱਗੇ ਆਪਾਂ ਇਸ ਤਰ੍ਹਾਂ ਕਰੋ ਕਿ ਭਾਈ ਤਾਰੂ ਸਿੰਘ ਨੂੰ ਛੁਡਾ ਲਿਆ ਭਾਈ ਕਿੰਨੇ ਵੀ ਬੱਚੇ ਜਿੰਨੇ ਵੀ ਹਨ ਸਿਪਾਹੀ ਇਹਨਾਂ ਨੂੰ ਮਾਰ ਕੇ ਆਪਾਂ ਮਿਲਾ ਕੇ ਇਹਨਾਂ ਨੂੰ ਨਾਸ ਕਰ ਦਈਏ ਤੇ ਭਾਈ ਤਾਰੂ ਸਿੰਘ ਨੂੰ ਆਪਾਂ ਛੁਡਾ ਲਈਏ ਹੋਣੀ ਹੋਏ ਸੋ ਹੋਏ ਆ ਜਿਹੜਾ ਕੁਝ ਬਾਤ ਹੋਣਾ ਤੇ ਹੋਈ ਜੇ ਗੰਦੇ ਦੇਖੀ ਜਾਏ ਇੱਕ ਵਾਰੀ ਭਾਈ ਤਾਰੂ ਸਿੰਘ ਨੂੰ ਆਪਾਂ ਇਹਨਾਂ ਦੇ ਚੁੰਗਲ ਚੋਂ ਇਹਨਾਂ ਸਿਪਾਹੀਆਂ ਦੇ ਕੋਲੋਂ ਆਪਾਂ ਛੁਡਾ ਲਿਆ ਇਹਨਾਂ ਨੂੰ ਮਾਰ ਦਈਏ ਤੇ ਭਾਈ ਤਾਰੂ ਸਿੰਘ ਨੂੰ ਆਪਾਂ ਛੁਡਾ ਲਈਏ ਜੋ ਪਏ ਪਰ ਸੰਗਤ ਹੈ ਆਪ ਜੀ ਨੇ ਸਰਬਤ ਕੀਤਾ ਹੈ ਭਾਈ ਤਾਰੂ ਸਿੰਘ ਦਾ ਰਹਿੰਦਾ ਰਹਿੰਦਾ ਸੰਗਤਾਂ ਕੱਲ ਸਰਬਤ ਕਰਾਂ ਕਿਉਂਕਿ ਆਪਣਾ ਕਿਤੇ ਵੀ ਇਤਿਹਾਸ ਸੁਣਦੇ ਹਾਂ ਥੋੜਾ ਜਿਹਾ ਇਤਿਹਾਸ ਸੁਣਦੇ ਹਾਂ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਵਿਸਥਾਰ ਦੇ ਸਾਹਿਬ
ਆਪਾਂ ਮਹਾਰਾਜ ਜੀ ਦੇ ਸਿੱਖ ਦਾ ਇਤਿਹਾਸ, ਸ਼ਹੀਦ ਭਾਈ ਕਾਲੂ ਸਿੰਘ ਦਾ ਇਤਿਹਾਸ ਜੋ ਵਿਸਥਾਰ ਦੇ ਨਾਲ ਆਪਾਂ ਇਹ ਸਰਵਣ ਕਰਨਾ ਕਿਵੇਂ ਭਾਈ ਕਾਲੂ ਸਿੰਘ ਦੀ ਸ਼ਹੀਦੀ ਪਾਈ ਤੇ ਕਿਵੇਂ ਉਸ ਜਾਲਮ ਨਾਲ ਉਸ ਪਾਪੀ ਨੂੰ ਚੱਕੀ ਆਪਣੀ ਜੋਤੀ ਦੀ ਮੌਤ ਦੇ ਅੱਗੇ ਲੈ ਕੇ ਗਈ। ਉਹ ਸਾਰਾ ਇਤਿਹਾਸ ਹੀ ਇਹ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਇਸ ਇਤਿਹਾਸ ਦੀ ਕਥਾ ਵਿਚਾਰਾ ਮਹਾਰਾਜ ਜੀ ਆਪ ਕਿਰਪਾ ਕਰਕੇ ਕਰਾਉਂਦੇ। ਇਹ ਸਾਰਾ ਇਤਿਹਾਸ ਆਪਣਾ ਭਾਈ ਕਾਲੂ ਸਿੰਘ ਦਾ ਸਰਵਣ ਕਰਨਾ ਕਿਉਂਕਿ ਜਦੋਂ ਵੀ ਆਪਾਂ ਅਰਦਾਸੀ ਸਿੰਘ ਤੋਂ ਅਰਦਾਸ ਸੁਣਾਉਂਦੇ ਹਾਂ ਅਰਦਾਸ ਦਾ ਰੰਗ ਸੁਣਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਾਂ ਕਰਦੇ ਸਿਰ ਤੇ ਪੰਜ ਨੰਬਰ ਗਵਾਹੀ ਇਹ ਜਦੋਂ ਸੁਣਦੇ ਹਾਂ ਤੇ ਪੰਜ ਨੰਬਰ ਦਾ ਨਾਮ ਤੇ ਸਾਡਾ ਭਾਈ ਦਾ ਸੰਭਾਲ ਖਿਆਲ ਸਾਡਾ ਤੇ ਜਦੋਂ ਥੋੜੇ ਲਵਾਉਣ ਦੀ ਗੱਲ ਆਉਂਦੀ ਹੈ ਫਿਰ ਸਾਡਾ ਭਾਈ ਕਾਲੂ ਸਿੰਘ ਹੋ ਜਾਂਦਾ ਹੈ। ਇਸ ਕਰਕੇ ਇਹ ਅਰਦਾਸ ਦੀ ਉਸ ਪੌੜੀ ਦੀ ਇਹ ਜਿਹੜਾ ਪੰਥ ਪ੍ਰਕਾਸ਼ ਗ੍ਰੰਥ ਹੈ ਭਾਈ ਉਸ ਪੌੜੀ ਦੀ ਵਿਆਖਿਆ ਹੈ। ਇਸ ਗ੍ਰੰਥ ਦੇ ਵਿੱਚ ਸਾਰੇ ਸਿੰਘਾਂ ਦਾ ਇਤਿਹਾਸ ਲਿਖਿਆ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ ਜਿਤਨਾ ਸਮਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ ਆਪਾਂ ਇਤਿਹਾਸ ਦਾ ਕਰਾਂਗੇ। ਇੱਥੇ ਹੀ ਇਸ ਪ੍ਰਸੰਗ ਦੀ